ਐਲਬਰਟ ਕਾਮੂ ਦੇ ਜੀਵਨ ਨੂੰ ਅਸੀਂ ਉਸ ਦੇ ਨਾਵਲ ਪਲੇਗ ਨੂੰ ਸਮਝਣ ਦੇ ਲਈ ਇੱਥੇ ਵਿਚਾਰ ਰਹੇ ਹਾਂ, ਪਰੰਤੂ ਉਹਦਾ ਜੀਵਨ ਆਮ ਲੋਕਾਂ ਦੇ ਲਈ ਵੀ ਇੱਕ ਸੰਘਰਸ਼ ਅਤੇ ਪ੍ਰੇਰਨਾ ਦਾ ਸਰੋਤ ਹੈ। ਛੋਟੀ ਉਮਰ ਦੇ ਵਿੱਚ ਉਹਨੇ ਜੀਵਨ ਦੇ ਬਹੁਤ ਵੱਡੇ ਅਨੁਭਵ ਗ੍ਰਹਿਣ ਕੀਤੇ ਅਤੇ ਉਸ ਦੀਆਂ ਉਨੀਆਂ ਵੱਡੀਆਂ ਪ੍ਰਾਪਤੀਆਂ ਨੇ। ਅਸੀਂ ਗੱਲ ਕਰੀਏ ਉਸ ਦੇ ਵੱਖ-ਵੱਖ ਖੇਤਰਾਂ ਦੀ, ਉਹ ਇੱਕ ਨਾਵਲਕਾਰ, ਕਲਾਕਾਰ, ਪੱਤਰਕਾਰ, ਖਿਡਾਰੀ ਅਤੇ ਫਿਲਾਸਫਰ ਸੀ। ਜੇ ਆਪਾਂ ਜੀਵਨ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਸ਼ੁਰੂ ਦੇ ਵਿੱਚ ਬਿਆਨ ਕਰੀਏ ਤਾਂ 2 ਵਿਸ਼ਵ ਯੁੱਧਾਂ, ਛੂਤ ਦੀ ਬਿਮਾਰੀ, ਪਰਿਵਾਰ ਤੋਂ ਵਿਛੋੜਾ, ਪਿਆਰ ਵਿੱਚ ਧੋਖਾ ਅਤੇ ਮੁਸੀਬਤ ਸਮੇਂ ਲੋੜ ਪੈਣ 'ਤੇ ਦੋਸਤਾਂ ਵੱਲੋਂ ਸਾਥ ਨਾ ਦੇਣਾ। ਇਸ ਤੋਂ ਇਲਾਵਾ ਵੱਡੀ ਗੱਲ ਇਹ ਕਿ ਉਸ ਨੂੰ ਇੱਕ ਸਮਾਜਿਕ ਤੌਰ 'ਤੇ ਲੋਕਾਂ ਵੱਲੋਂ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਹ ਸਾਰਾ ਕੁਝ ਕਾਮੂ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਵਾਪਰਿਆ, ਇਹਦੀ ਗੱਲ ਸੁਣਨੀ ਨਾਵਲ ਨੂੰ ਸਮਝਣ ਦੇ ਲਈ ਜਿੱਥੇ ਜ਼ਰੂਰੀ ਹੈ। ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਇਹ ਗੱਲਬਾਤ ਥੋੜ੍ਹੀ ਲੰਮੀ ਹੋ ਸਕਦੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੱਡੇ ਬੰਦੇ ਦੀ ਗੱਲ ਕਰਦੇ ਹਾਂ ਤਾਂ ਲਾਜ਼ਮੀ ਹੈ ਕਿ ਉਹਦੀਆਂ ਘਟਨਾਵਾਂ ਨੂੰ ਅਸੀਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਨਹੀਂ ਵਿਚਾਰ ਸਕਦੇ। ਇਸ ਕਰਕੇ ਮੇਰੀ ਤੁਹਾਨੂੰ ਸ਼ੁਰੂ ਦੇ ਵਿੱਚ ਬੇਨਤੀ ਹੈ ਕਿ ਗੱਲਬਾਤ ਪੂਰੀ ਸੁਣਨੀ। ਇਸ ਗੱਲ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਨਵਾਂ ਮਿਲੇਗਾ। ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਐਲਬਰਟ ਕਾਮੂ ਦਾ ਨਾਵਲ ਪਲੇਗ ਅੱਜ ਦੇ ਸਮੇਂ ਦੇ ਵਿੱਚ ਕਰੋਨਾ ਕਰਕੇ ਪੈਦਾ ਹੋਈ ਮਹਾਮਾਰੀ ਦੀਆਂ ਪਰਿਸਥਿਤੀਆਂ ਵਰਗੀ ਇੱਕ ਨਾਵਲ ਦੇ ਵਿੱਚ ਆਪਣਾ ਵਰਤਾਂਤ ਸਿਰਜਦਾ ਹੈ, ਅਤੇ ਜੋ ਉਹਨੇ ਆਪਣੇ ਨਾਵਲ ਦੇ ਵਿੱਚ ਲਿਖਿਆ ਉਹ ਅੱਜ ਸਾਡੇ ਦੁਨੀਆ ਦੇ ਵਿੱਚ ਵਾਪਰ ਰਿਹਾ। ਉਹਦੇ ਨਾਵਲ ਪਲੇਗ ਨੂੰ ਸਮਝਣ ਦੇ ਲਈ ਸਭ ਤੋਂ ਜ਼ਰੂਰੀ ਹੋਏਗਾ ਕਿ ਅਸੀਂ ਪਹਿਲਾਂ ਉਹਦੇ ਲੇਖਕ ਭਾਵ ਐਲਬਰਟ ਕਾਮੂ ਦੇ ਜੀਵਨ ਦੇ ਬਾਰੇ ਸਮਝੀਏ। ਪੰਜਾਬ ਦੀ ਮਸ਼ਹੂਰ ਨਾਵਲਕਾਰ ਡਾਕਟਰ ਦਲੀਪ ਕੌਰ ਟਿਵਾਣਾ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਕੋਈ ਵੀ ਲੇਖਕ ਆਪਣੇ ਤੋਂ ਵੱਡੀ ਰਚਨਾ ਨਹੀਂ ਰਚ ਸਕਦਾ। ਮੇਰਾ ਖੁਦ ਦਾ ਵੀ ਇਹ ਮੰਨਣਾ ਹੈ ਕਿ ਜੇਕਰ ਅਸੀਂ ਕਿਸੇ ਨੂੰ ਸਮਝਣਾ ਤਾਂ ਪਹਿਲਾਂ ਉਹਦੇ ਲੇਖਕ ਨੂੰ ਸਮਝੀਏ ਕਿ ਉਹ ਲਿਖਤ ਨੂੰ ਲਿਖਣ ਵਾਲਾ ਵਿਅਕਤੀ ਕੌਣ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀਆਂ ਸਥਿਤੀਆਂ ਨੇ ਕਿਸੇ ਵਿਅਕਤੀ ਨੂੰ ਲੇਖਕ ਬਣਾ ਦਿੰਦੀਆਂ ਹਨ। ਜੇ ਇੱਦਾਂ ਦੀ ਗੱਲ ਹੁੰਦੀ ਤਾਂ ਆਪਾਂ ਪੰਜਾਬ ਦੀ ਉਦਾਹਰਨ ਲੈ ਸਕਦੇ ਹਾਂ ਕਿ ਪੰਜਾਬ ਦੇ ਵਿੱਚ 19ਵੀਂ ਸਦੀ ਦਾ ਸਮਾਂ ਜਦੋਂ ਨਾਵਲ ਸਾਹਮਣੇ ਆਉਂਦਾ, ਅਤੇ 19ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚੋਂ ਖਾਲਸਾ ਰਾਜ ਦਾ ਖਾਤਮਾ ਹੋਣਾ ਇੱਕ ਬਹੁਤ ਵੱਡਾ ਦੁਖਾਂਤ ਸੀ। ਫਿਰ 1947 ਵਾਪਰਦਾ, 47 ਤੋਂ ਬਾਅਦ 1984 ਵਾਪਰਦਾ। ਪੰਜਾਬ ਦੇ ਵਿੱਚ ਇੱਦਾਂ ਦੀਆਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਹੋਣ ਵਾਲੀਆਂ ਸਾਹਿਤਕ ਕਿਰਤਾਂ, ਖਾਸ ਕਰਕੇ ਨਾਵਲ ਸਾਡੇ ਸਾਹਮਣੇ ਨਹੀਂ ਆਇਆ। ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਨਾਵਲ ਨਹੀਂ ਲਿਖੇ ਗਏ, ਪਰ ਜਦੋਂ ਅਸੀਂ ਪੱਧਰ ਦੀ ਗੱਲ ਕਰਦੇ ਹਾਂ ਕਿ ਕਾਮੂ ਨੇ ਇੱਕ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਨਾਵਲ ਹੈ ਉਹ ਲਿਖਿਆ, ਉਹਦੇ ਪਿੱਛੇ ਉਹਦੇ ਜੀਵਨ ਦੀਆਂ ਘਟਨਾਵਾਂ ਨੂੰ ਸਮਝਣਾ ਨਾਵਲ ਨੂੰ ਸਮਝਣ ਦੇ ਲਈ ਜ਼ਰੂਰੀ ਹੈ ਕਿ ਉਹਨੇ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਬਿਉਂਤਿਆ, ਉਹ ਮਹਾਨ ਲੇਖਕ ਕਿਵੇਂ ਬਣਦਾ। ਇੱਕ ਗੱਲ ਤਾਂ ਸਾਨੂੰ ਇਹਦੇ ਵਿੱਚ ਇਹ ਪਤਾ ਲੱਗੇਗੀ। ਦੂਸਰੀ ਗੱਲ ਕਿ ਮੈਂ ਸਮਝਦਾ ਕਿ ਜਿਹੜਾ ਉਹਦਾ ਨਾਵਲ ਪਲੇਗ ਹੈ, ਇੱਕ ਤਰ੍ਹਾਂ ਦੀ ਜਿਵੇਂ ਉਹਨੂੰ ਨਾਵਲ ਨੂੰ ਤੁਸੀਂ ਉਹਦੇ ਜੀਵਨ ਦੇ ਨਾਲ ਜੋੜ ਕੇ ਪੜ੍ਹੋਗੇ ਤਾਂ ਤੁਹਾਨੂੰ ਸੱਚਮੁੱਚ ਇਹ ਲੱਗੇਗਾ ਕਿ ਉਹਦੀ ਇੱਕ ਸਵੈ ਜੀਵਨੀ ਵਰਗੀ ਰਚਨਾ ਹੈ। ਐਲਬਰਟ ਕਾਮੂ ਦਾ ਜਨਮ ਅਲਜੀਰੀਆ ਵਿੱਚ ਨੌਨ-ਡੋਬੀ, ਜਿਸ ਨੂੰ ਹੁਣ ਡਰੀਨ ਕਿਹਾ ਜਾਂਦਾ ਹੈ, ਵਿਖੇ 7 ਨਵੰਬਰ 1913 ਨੂੰ ਹੋਇਆ। ਪਹਿਲਾਂ ਅਲਜੀਰੀਆ ਫਰਾਂਸ ਦੇ ਅਧੀਨ ਸੀ। ਇਹ ਅਧੀਨਗੀ 1830 ਦੇ ਵਿੱਚ ਹੋਈ ਅਤੇ ਉਸ ਦਾ ਪਿਤਾ ਕਾਮੂ ਲੂਸੀਅਨ ਫਰਾਂਸੀਸੀ ਸੀ ਅਤੇ ਮਾਤਾ ਦਾ ਨਾਂ ਕੈਥਰੀਨ ਹਲੇਨ ਸਨੀਟਸ ਸੀ। ਉਸਦੇ ਜੀਵਨ ਦਾ
ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਉਹ ਹਲੇ ਆਪਣੇ ਪਿਤਾ ਨੂੰ ਦੇਖਣ ਜੋਗਾ ਵੀ ਨਹੀਂ ਹੋਇਆ, ਭਾਵ ਉਹਦੀ ਉਮਰ ਹਲੇ 1 ਸਾਲ ਤੋਂ ਘੱਟ ਸੀ ਕਿ ਉਸਦੇ ਪਿਤਾ, ਜਿਹੜਾ ਕਿ ਪਹਿਲਾਂ ਮਜ਼ਦੂਰੀ ਦਾ ਕੰਮ ਕਰਦਾ ਸੀ, ਸੰਸਾਰ ਜੰਗ ਲੱਗਣ ਕਰਕੇ ਉਹਨੂੰ ਫੌਜ ਦੇ ਵਿੱਚ ਨੌਕਰੀ ਮਿਲ ਗਈ ਅਤੇ ਉਸੇ ਦੌਰਾਨ ਹੀ 28 ਸਾਲ ਦੀ ਉਮਰ ਦੇ ਵਿੱਚ ਉਹਦੇ ਪਿਤਾ ਦੀ ਸੰਸਾਰ ਜੰਗ ਦੇ ਵਿੱਚ ਮੌਤ ਹੋ ਜਾਂਦੀ ਹੈ। ਅਤੇ ਉਸਦੀ ਮਾਤਾ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਸਨੂੰ ਬਹੁਤ ਵੱਡੇ ਸਦਮਿਆਂ ਦਾ ਸਾਹਮਣਾ ਕਰਨਾ ਪਿਆ। ਗਰੀਬੀ ਘਰ ਦੇ ਵਿੱਚ ਪਹਿਲੀ ਸੀ, ਮਾਤਾ ਥੋੜ੍ਹੀ ਮੰਦਬੁੱਧੀ ਵਾਲੀ ਸੀ। ਘਰ ਦਾ ਗੁਜ਼ਾਰਾ ਕਰਨ ਦੇ ਲਈ ਉਹਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕੀਤੇ। 3 ਕਮਰਿਆਂ ਦਾ ਮਕਾਨ, ਜਿਸ ਵਿੱਚ ਉਹਦੀ ਮਾਂ, ਕਾਮੂ ਦੇ 2 ਭਰਾ ਅਤੇ 2 ਚਾਚੇ ਚਾਚੀਆਂ ਇਕੱਠੇ ਰਹਿੰਦੇ ਸੀ। ਇਸ ਸਮੇਂ ਦੌਰਾਨ ਬੱਚਿਆਂ ਨੂੰ ਉਹਦੀ ਮਾਂ ਨੇ ਪੂਰੀ ਮਿਹਨਤ ਦੇ ਨਾਲ ਪਾਲਿਆ। ਅਤੇ ਇਹਨਾਂ ਲੋਕਾਂ ਨੂੰ ਨਾਲ ਦੀ ਨਾਲ, ਜਿਸ ਤਰ੍ਹਾਂ ਗੱਲ ਕੀਤੀ ਹੈ ਕਿ 1913 ਤੋਂ 1830 ਦੇ ਵਿੱਚ ਬਹੁਤਾ ਸਮਾਂ ਨਹੀਂ, ਅਲਜੀਰੀਆ ਦੇ ਲੋਕਾਂ ਨੂੰ ਫਰਾਂਸੀਸੀ ਲੋਕ ਬਹੁਤਾ ਚੰਗਾ ਨਹੀਂ ਸਮਝਦੇ ਸੀ। ਬਚਪਨ ਦੇ ਵਿੱਚ ਕਾਮੂ ਨੂੰ ਵੀ ਇੱਦਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਅਤੇ ਇਹਨਾਂ ਨੂੰ ਲੋਕ ਆਮ ਤੌਰ 'ਤੇ ਉਜੱਡ ਜਾਂ ਗਰੀਬ ਕਿਸਮ ਦੇ ਲੋਕ ਕਹਿੰਦੇ ਸੀ। ਇੱਕ ਗੱਲ ਜਿਹੜੀ ਫਰਾਂਸੀਸੀ ਲੋਕ ਨਸਲੀ ਤੌਰ 'ਤੇ ਅਲਜੀਰੀਆ ਦੇ ਲੋਕਾਂ ਨੂੰ ਕਹਿੰਦੇ ਸੀ, ਬਲੈਕ ਫੁੱਟ। ਇਹ ਗੱਲ ਜਦੋਂ ਕਾਮੂ ਨੇ ਆਪਣਾ ਨਾਵਲ ਪਬਲਿਸ਼ ਕਰਾ ਲਿਆ ਜਾਂ ਫਿਰ ਆਪਣੀ ਉਹਦੀ ਮਸ਼ਹੂਰੀ ਹੋਈ, ਉਸ ਸਮੇਂ ਵੀ ਜਿਹੜੇ ਉੱਚ ਘਰਾਣੇ ਦੇ ਲੋਕ ਸੀ ਉਹ ਇਹਨੂੰ ਇੱਕ ਅਜੱਡ ਅਤੇ ਗਰੀਬ ਕਹਿ ਕੇ ਇਹਦਾ ਮਖੌਲ ਉਡਾਉਂਦੇ ਸੀ। ਅਤੇ ਇੱਥੋਂ ਹੀ ਇੱਕ ਗੱਲ ਸਾਨੂੰ ਹੋਰ ਪਤਾ ਲੱਗਦੀ ਹੈ ਕਿ ਪਲੇਗ ਨਾਵਲ ਦੇ ਵਿੱਚ ਕਾਮੂ ਮੌਤ ਦੀ ਸਜ਼ਾ ਦਾ ਇੱਕ ਬਹੁਤ ਘਿਨਾਉਣਾ ਦ੍ਰਿਸ਼ ਪੇਸ਼ ਕਰਦਾ ਹੈ। ਉਹ ਕਹਿੰਦਾ ਕਿ ਕਿਸੇ ਵੀ ਮੁਜਰਮ ਨੂੰ ਮੌਤ ਦੀ ਸਜ਼ਾ ਦੇਣ ਤੋਂ ਵੱਡਾ ਹੋਰ ਕੋਈ ਗੁਨਾਹ ਨਹੀਂ ਹੋ ਸਕਦਾ, ਅਤੇ ਉਹ ਵਿਚਾਰੇ ਨੂੰ ਬੰਨ੍ਹ ਕੇ ਤੁਸੀਂ ਬੰਦੂਕਾਂ ਦੇ ਨਾਲ ਜਾਂ ਫਾਇਰ ਸਕੁਐਡ ਦੇ ਨਾਲ ਮਾਰਦੇ ਹੋ। ਅਤੇ ਇਹਦੇ ਪਿੱਛੇ ਵੀ ਇੱਕ ਕਾਰਨ ਇਹ ਲੱਗਦਾ ਕਿ ਕਾਮੂ ਦੇ ਪਿਤਾ ਦੀ ਬਚਪਨ ਦੇ ਵਿੱਚ ਮੌਤ ਹੋਈ। ਕਾਮੂ ਬਚਪਨ ਤੋਂ ਹੁਸ਼ਿਆਰ ਅਤੇ ਤੇਜ਼ ਤਰਾਰ ਸੀ। 11 ਸਾਲ ਦੀ ਉਮਰ ਵਿੱਚ ਵਜ਼ੀਫੇ ਦਾ ਟੈਸਟ ਪਾਸ ਕਰਕੇ ਉਹ ਇੱਕ ਬਹੁਤ ਵਧੀਆ ਸਕੂਲ ਲਾਸੀ ਬੁਲੇ ਦੇ ਵਿੱਚ ਦਾਖਲਾ ਲੈ ਲੈਂਦਾ ਅਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਅਲਜੀਰੀਆ ਦੇ ਵਿੱਚ ਗ੍ਰੈਜੂਏਸ਼ਨ ਕੀਤੀ। ਉਹ ਫੁੱਟਬਾਲ ਦਾ ਇੱਕ ਚੰਗਾ ਖਿਡਾਰੀ ਸੀ ਅਤੇ ਗੋਲਕੀਪਰ ਵਜੋਂ ਖੇਡਦਾ ਸੀ। ਰੇਸਿੰਗ ਯੂਨੀਵਰਸਿਟੀ ਦਾ ਅਲਗੇਰ ਜੂਨੀਅਰ ਟੀਮ ਦੇ ਵਿੱਚ ਉਹ 1928 ਤੋਂ 1930 ਤੱਕ ਖੇਡਿਆ। ਉਸ ਦੀ ਅਲਜੀਰੀਆ ਦੇ ਇੱਕ ਮਸ਼ਹੂਰ ਕਲੱਬ ਵਿੱਚ ਖੇਡਣ ਦੇ ਲਈ ਚੋਣ ਹੋ ਗਈ ਸੀ, ਪਰੰਤੂ 17 ਸਾਲ ਦੀ ਉਮਰ ਵਿੱਚ ਉਸਨੂੰ ਚੇਚਕ ਦੀ ਬਿਮਾਰੀ ਲੱਗ ਗਈ। ਇਸ ਰੋਗ ਨੇ ਉਸਦਾ ਜ਼ਿੰਦਗੀ ਭਰ ਖਹਿੜਾ ਨਹੀਂ ਛੱਡਿਆ, ਜਿਸ ਕਰਕੇ ਉਹ ਫੁੱਟਬਾਲ ਦੇ ਵਿੱਚ ਖੇਡਣ ਤੋਂ ਰਹਿ ਗਿਆ। ਖਿਡਾਰੀ ਨਾ ਬਣਨਾ ਉਹਦੇ ਜੀਵਨ ਦਾ ਦੂਸਰਾ ਵੱਡਾ ਦੁਖਾਂਤ ਸੀ। ਉਹ ਫੁੱਟਬਾਲਰ ਭਾਵੇਂ ਨਾ ਬਣ ਸਕਿਆ, ਪਰੰਤੂ ਇਹਦੇ ਸੁਪਨ ਭਾਵ ਨੂੰ ਉਸਨੇ ਜਿੰਦਾ ਰੱਖਿਆ। ਉਹ ਇੱਕ ਖਿਡਾਰੀ ਦੀ ਤਰ੍ਹਾਂ ਸਮਾਜ ਵਿੱਚ ਫੈਲ ਰਹੀ ਅਨੈਤਿਕਤਾ ਅਤੇ ਅਨਿਆਂ ਵਿਰੁੱਧ ਡਟ ਕੇ ਖੜਾ ਰਿਹਾ, ਆਪਣੇ ਵਿਚਾਰਾਂ ਨੂੰ ਮਰਨ ਨਹੀਂ ਦਿੱਤਾ। ਜਿਵੇਂ ਇੱਕ ਗੋਲਕੀਪਰ ਆਪਣੀ ਟੀਮ 'ਤੇ ਹੁੰਦੇ ਹਮਲਿਆਂ ਨੂੰ ਰੋਕਦਾ ਹੈ, ਉਸੇ ਤਰ੍ਹਾਂ ਕਾਮੂ ਆਪਣੀਆਂ ਲਿਖਤਾਂ ਰਾਹੀਂ ਮਨੁੱਖਤਾ 'ਤੇ ਹੋ ਰਹੇ ਹਮਲਿਆਂ ਦਾ ਮੁਕਾਬਲਾ ਕਰਕੇ ਇਨਸਾਫ ਲਈ ਜੰਗ ਲੜ ਰਿਹਾ ਸੀ। ਉਸਦੇ ਨਾਵਲ ਪਲੇਗ ਵਿੱਚ ਫੁੱਟਬਾਲ ਦੇ 2 ਖਿਡਾਰੀ ਆਪੋ ਆਪਣੀਆਂ ਪੋਜੀਸ਼ਨਾਂ 'ਤੇ ਖੜ੍ਹੇ ਹਨ, ਲੇਕਿਨ ਜਿੱਤਦਾ ਉਹੀ ਹੈ ਜੋ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਮਨੁੱਖਤਾ, ਖਾਸ ਕਰਕੇ ਬਿਮਾਰਾਂ ਦੀ ਸੰਭਾਲ ਲਈ ਆਪਣਾ ਜੀਵਨ ਦਾਅ 'ਤੇ ਲਾ ਦਿੰਦਾ। ਫੇਫੜਿਆਂ ਦੀ ਬਿਮਾਰੀ ਕਾਰਨ ਉਸਨੂੰ ਆਪਣਾ ਪਿਤਰੀ ਘਰ ਭਾਵ ਆਪਣੀ ਪਿਆਰੀ ਮਾਂ ਤੋਂ ਅਲੱਗ ਰਹਿਣਾ ਪਿਆ। ਮਾਂ ਦਾ ਜਿਹੜਾ ਅਨੁਭਵ ਆਪਾਂ ਉਹਦੇ ਨਾਵਲ ਦਾ ਸਟ੍ਰੇਂਜਰ ਵਿੱਚ ਵੀ ਦੇਖ ਸਕਦੇ ਹਾਂ ਕਿ ਉਹ ਸਾਰੀ ਕਹਾਣੀ ਇੱਕ ਮਾਂ 'ਤੇ ਘੁੰਮਦੀ ਹੈ। ਇਹ ਗੱਲ ਪਾਠਕ ਧਿਆਨ ਦੇਣ ਕਿ ਮਾਂ ਦੇ ਪ੍ਰਤੀ ਜੋ ਕਾਮੂ ਦਾ ਸਤਿਕਾਰ ਹੈ, ਉਸ ਦੀ ਮਾਂ ਨੇ ਜੋ ਉਸਦੇ ਲਈ ਘਾਲਣਾ ਘਾਲੀ ਸੀ, ਉਹ
ਜਾਂ ਮਾਂ ਦਾ ਜਿਹੜਾ ਉਹਨੂੰ ਪ੍ਰੇਮ ਹੈ, ਪਰੰਤੂ ਆਪਣੀ ਮਾਂ ਦੇ ਕੋਲ ਬਿਮਾਰੀ ਦੀ ਵਜ੍ਹਾ ਕਰਕੇ ਨਹੀਂ ਰਹਿ ਸਕਦਾ ਸੀ। ਘਰ ਛੋਟਾ ਸੀ ਤੇ ਭੀੜ ਭੜੱਕੇ ਤੋਂ ਦੂਰ ਉਹਨਾਂ ਨੂੰ ਇੱਕ ਖੁੱਲ੍ਹਾ ਘਰ ਚਾਹੀਦਾ ਸੀ। ਇਸ ਕਰਕੇ ਉਹ ਆਪਣੇ ਚਾਚੇ ਦੇ ਘਰ ਰਿਹਾ। ਪੜ੍ਹਾਈ ਦੇ ਅੰਤਲੇ ਸਾਲ ਤੱਕ ਚਾਚੇ ਨੇ ਉਸ ਦੀ ਦੇਖਭਾਲ ਕੀਤੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਿਸ ਸਮੇਂ ਉਸ ਦੇ ਨਾਲ ਦੇ ਖਾਂਦੇ ਪੀਂਦੇ ਘਰਾਂ ਦੇ ਮੁੰਡੇ ਉੱਚ ਵਿੱਦਿਆ ਦੇ ਲਈ ਚੰਗੀਆਂ ਯੂਨੀਵਰਸਿਟੀਆਂ ਵਿੱਚ ਬੇਫਿਕਰ ਹੋ ਕੇ ਪੜ੍ਹ ਰਹੇ ਸੀ, ਉਸ ਮੌਕੇ ਕਾਮੂ ਨੂੰ ਕਈ ਪਾਪੜ ਵੇਲਣੇ ਪਏ। ਇਸਨੇ ਟਿਊਸ਼ਨਾਂ ਪੜ੍ਹਾਈਆਂ, ਦੁਕਾਨ 'ਤੇ ਕੰਮ ਕੀਤਾ ਅਤੇ ਇਸ ਤੋਂ ਇਲਾਵਾ ਕਲਰਕੀ ਵੀ ਕੀਤੀ ਅਤੇ ਤੰਗੀ ਦੇ ਬਾਵਜੂਦ ਵੀ ਇਹ ਕੰਮ ਕਰਨ ਦੇ ਨਾਲ ਨਾਲ ਪੜ੍ਹਦਾ ਰਿਹਾ। ਇਸਨੇ ਜੀਨ ਗ੍ਰੇਸੀਅਰ ਦੀ ਨਿਗਰਾਨੀ ਵਿੱਚ ਫਿਲਾਸਫੀ ਪੜ੍ਹਨੀ ਸ਼ੁਰੂ ਕੀਤੀ, ਜਿੱਥੋਂ ਇਸ ਦੇ ਉੱਤੇ ਐਗਜ਼ਿਸਟੈਂਸ਼ਲੀਜ਼ਮ ਦਾ ਪ੍ਰਭਾਵ ਪਿਆ। ਜਵਾਨੀ ਦੇ ਵਿੱਚ ਪੈਰ ਰੱਖਦਿਆਂ ਹੀ ਇਸ ਦੀ ਦੋਸਤੀ ਇੱਕ ਸਿਮੋਨੀ ਨਾਂ ਦੀ ਲੜਕੀ ਦੇ ਨਾਲ ਹੋਈ। ਇਸ ਲੜਕੀ ਨੂੰ ਕੋਈ ਬਿਮਾਰੀ ਸੀ ਜਿਸ ਦੀ ਉਹ ਦਵਾਈ ਖਾਂਦੀ ਸੀ। ਦਵਾਈ ਖਾਂਦੀ ਖਾਂਦੀ ਉਹ ਮੋਰਫੀਨ ਦੇ ਟੀਕੇ ਲਗਾਉਣ ਲੱਗੀ, ਨਸ਼ੇੜੀ ਹੋ ਗਈ ਸੀ। ਕਾਮੂ ਦੇ ਚਾਚੇ ਗੌਸਤੋਵ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰੰਤੂ ਇਸ ਦਾ ਖਿਆਲ ਸੀ ਕਿ ਉਹ ਇਸ ਤੋਂ ਨਸ਼ਾ ਛੁਡਾ ਦੇਵੇਗਾ, ਇਸ ਲਈ ਉਸ ਨਾਲ ਉਸਨੇ ਵਿਆਹ ਕਰਵਾ ਲਿਆ। ਕਾਮੂ ਉਸ ਦਾ ਨਸ਼ਾ ਨਾ ਛੁਡਾ ਸਕਿਆ, ਪਰੰਤੂ ਉਹ ਇਸ ਨੂੰ ਛੱਡ ਗਈ। ਸਿਹਤ ਦਾ ਧਿਆਨ ਰੱਖ ਕੇ ਉਸ ਨੂੰ ਬਚਾਅ ਕਰਨਾ ਚਾਹੀਦਾ ਸੀ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਸ ਨੂੰ ਇੱਕ ਚੇਚਕ ਦੀ ਬਿਮਾਰੀ ਸੀ, ਫਿਰ ਵੀ ਉਹ ਰਾਜਨੀਤੀ, ਪੱਤਰਕਾਰੀ, ਨਾਟਕ ਆਦਿ ਦੇ ਖੇਤਰਾਂ ਦੇ ਵਿੱਚ ਸਰਗਰਮ ਰਿਹਾ। ਕਮਿਊਨਿਸਟ ਵਿਚਾਰਾਂ ਦੇ ਪ੍ਰਚਾਰ ਲਈ ਨਾਟਕ ਮੰਡਲੀਆਂ ਬਣਾਈਆਂ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ। ਉਸ ਦੇ ਨਾਟਕ ਬਹੁਤ ਤਿੱਖੇ ਹੁੰਦੇ ਸਨ, ਇਸ ਕਰਕੇ ਸਥਾਨਕ ਅਧਿਕਾਰੀਆਂ ਨੇ ਕਈ ਵਾਰ ਨਾਟਕ ਖੇਡਣ 'ਤੇ ਰੋਕ ਵੀ ਲਗਾਈ। ਉਹ ਆਜ਼ਾਦ ਖਿਆਲਾਂ ਦਾ ਅਗਾਂਹ-ਵਧੂ ਨੌਜਵਾਨ ਸੀ, ਕਿਸੇ ਦਾ ਪਿਛਲੱਗ ਨਹੀਂ ਸੀ। ਉਹ ਆਪਣੀ ਸਮਝ ਮੁਤਾਬਕ ਚੱਲਦਾ ਸੀ। ਆਪਣੇ ਸੁਭਾਅ ਮੁਤਾਬਕ ਉਸਨੇ ਕਮਿਊਨਿਸਟ ਪਾਰਟੀ ਦੀ ਬਸਤੀਵਾਦੀ ਨੀਤੀ ਦੀ ਆਲੋਚਨਾ ਕਰ ਦਿੱਤੀ, ਜੋ ਪਾਰਟੀ ਸਹਾਰ ਨਾ ਸਕੀ। ਨਤੀਜੇ ਵਜੋਂ ਕਾਮੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਭਾਵ ਕਿ ਉਹ ਕੱਟੜ ਕਿਸਮ ਦਾ ਕਾਮਰੇਡ ਨਹੀਂ ਸੀ, ਕਲਾਕਾਰ ਸੀ, ਜਿਸ ਨੂੰ ਉਸਦੇ ਅਧਿਆਪਕ ਨੇ ਕਾਮਰੇਡਾਂ ਦੇ ਲੜ ਲਗਾ ਦਿੱਤਾ। ਆਪਣੇ ਅਧਿਆਪਕ ਤੋਂ ਪ੍ਰੇਰਿਤ ਹੋ ਕੇ ਹੀ ਉਸਨੇ 1935 ਦੇ ਵਿੱਚ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ, ਪਰੰਤੂ ਕਮਿਊਨਿਸਟਾਂ ਵਿੱਚ ਉਹ 2 ਸਾਲ ਹੀ ਰਿਹਾ ਸੀ। ਆਪਣੇ ਅਧਿਆਪਕ ਜੀਨ ਗ੍ਰੇਸੀਅਰ ਦੀ ਪ੍ਰੇਰਨਾ ਨਾਲ ਉਸਨੇ ਆਪਣੀ ਪੜ੍ਹਾਈ 23 ਸਾਲ ਦੀ ਉਮਰ ਦੇ ਵਿੱਚ ਮੁਕੰਮਲ ਕਰ ਲਈ ਸੀ। ਉਸ ਦੀ ਇਨਸਾਫ ਵਿੱਚ ਰੁਚੀ ਸੀ। ਸਮਾਜਿਕ ਅਨਿਆਂ ਖਿਲਾਫ ਲੜਨ ਦੀ ਚਿੰਗਾੜੀ ਉਸ ਨੂੰ ਟਿਕਣ ਨਹੀਂ ਦਿੰਦੀ ਸੀ। ਇਸ ਕਰਕੇ ਉਹ ਲਗਾਤਾਰ ਇੱਕ ਸਾਹਿਤਕ ਪ੍ਰਤਿਭਾ ਦਾ ਵਿਕਾਸ ਕਰ ਰਿਹਾ ਸੀ। ਉਸ ਦੇ ਅਖਬਾਰਾਂ ਦੇ ਵਿੱਚ ਲੇਖ ਛਪਦੇ ਅਤੇ ਲੇਖਾਂ ਵਿੱਚ ਮਨੁੱਖੀ ਅਧਿਕਾਰ ਅਤੇ ਆਜ਼ਾਦ ਖਿਆਲਾਂ ਦੀ ਵਕਾਲਤ ਨੇ ਉਸ ਨੂੰ ਛੋਟੀ ਉਮਰ ਵਿੱਚ ਦਿਸ਼ਾ ਦਿੱਤੀ। ਨਾਲ ਦੀ ਨਾਲ ਵੱਡੇ ਮਸਲਿਆਂ ਨੂੰ ਸੋਚਣ ਦਾ ਅਤੇ ਉਹਨਾਂ ਦੇ ਬਾਰੇ ਲਿਖਣ ਦਾ ਮੌਕਾ ਦਿੱਤਾ। ਉਸ ਦੇ ਵਿਚਾਰਾਂ ਕਰਕੇ ਅਲਜੀਰ ਰਿਪਬਲਿਕ ਅਖਬਾਰ ਵਿੱਚ ਉਸ ਨੂੰ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ। ਇਸ ਅਖਬਾਰ ਲਈ ਉਸਨੇ ਕੁਝ ਸਮਾਂ ਕਾਨੂੰਨੀ ਪੱਤਰਕਾਰੀ ਕੀਤੀ ਅਤੇ ਨਾਲੋਂ ਨਾਲ ਉਹ ਇਸ ਅਖਬਾਰ ਦੇ ਵਿੱਚ ਪੁਸਤਕ ਰਿਵਿਊ ਵੀ ਲਿਖਦਾ ਸੀ। ਪਹਿਲੀ ਵਾਰਤਾ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਉਸਦੇ ਜਿਹੜੇ ਪੁਸਤਕ ਰਿਵਿਊ ਸੀ ਉਹ ਬੜੇ ਦਾਰਸ਼ਨਿਕ ਕਿਸਮ ਦੇ ਹੁੰਦੇ ਸੀ। ਉਸਨੇ ਸਾਰਤਰ ਦੇ ਪਹਿਲੇ ਨਾਵਲ ਨੋਸੀਆ ਦਾ ਰਿਵਿਊ ਕੀਤਾ ਸੀ, ਜਿਸ ਵਿੱਚ ਉਸਨੇ ਸਾਰਤਰ ਦੇ ਦਾਰਸ਼ਨਿਕ ਵਿਚਾਰਾਂ ਅਤੇ ਉਸਦੀ ਸਾਹਿਤਕ ਕਲਪਨਾ ਦਾ ਬਰੀਕ ਬੀਨੀ ਨਾਲ ਅਧਿਐਨ ਕੀਤਾ। ਇਸ ਰਿਵਿਊ ਵਿੱਚ ਜਿੱਥੇ ਉਸਨੇ ਸਾਰਤਰ ਦੇ ਨਾਵਲ ਨੋਸੀਆ ਦੀ ਪ੍ਰਸ਼ੰਸਾ ਕੀਤੀ, ਪਰ ਨਾਲ ਦੀ ਨਾਲ ਇਹ ਟਿੱਪਣੀ ਵੀ ਦਿੱਤੀ ਕਿ ਸਾਰਤਰ ਦੇ ਦਾਰਸ਼ਨਿਕ ਵਿਚਾਰ ਨਾਵਲ ਦੇ ਸੁਹਜ ਨਾਲ ਟਕਰਾਉਂਦੇ ਨੇ। ਸਾਰਤਰ ਵਰਗੇ ਲੇਖ 'ਤੇ ਅਜਿਹੀ ਟਿੱਪਣੀ ਨੌਜਵਾਨ ਕਾਮੂ ਨੇ ਕੀਤੀ, ਜਿਸ ਤੋਂ ਪਤਾ ਲੱਗਦਾ ਕਿ ਉਹਦਾ ਨੌਜਵਾਨੀ ਦੇ ਵਿੱਚ ਪੈਰ ਰੱਖਦਿਆਂ ਸਾਹਿਤ ਦੇ ਨਾਲ ਕਿਸ ਪੱਧਰ ਦਾ ਲਗਾਓ ਸੀ। ਇਸ ਅਖਬਾਰ ਵਿੱਚ ਉਹਨੇ 1940 ਤੱਕ ਹੀ ਕੰਮ ਕੀਤਾ, ਕਿਉਂਕਿ 1939 ਦੇ ਵਿੱਚ ਦੂਸਰਾ
ਵਿਸ਼ਵ ਯੁੱਧ ਸ਼ੁਰੂ ਹੋ ਗਿਆ, ਇਸ ਕਰਕੇ ਜਿਹੜਾ ਅਖਬਾਰ ਬੰਦ ਹੋ ਗਿਆ। ਫਿਰ ਕੰਮ ਕੋਈ ਨਹੀਂ ਸੀ, ਇਹਨੇ ਸੋਚਿਆ ਕਿ ਫੌਜ ਦੇ ਵਿੱਚ ਭਰਤੀ ਖੁੱਲ੍ਹੀ ਹੈ ਤੇ ਭਰਤੀ ਹੋ ਜਾਵੇ। ਭਰਤੀ ਹੋਣ ਗਿਆ, ਪਰੰਤੂ ਬਿਮਾਰ ਹੋਣ ਕਰਕੇ, ਚੇਚਕ ਦਾ ਰੋਗੀ ਹੋਣ ਕਰਕੇ ਇਹਨੂੰ ਫੌਜ ਦੇ ਵਿੱਚ ਭਰਤੀ ਨਹੀਂ ਕੀਤਾ। ਹਾਂ, ਜੇਕਰ ਇਹ ਭਰਤੀ ਹੋ ਜਾਂਦਾ ਤਾਂ ਇਸ ਯੁੱਧ ਵਿੱਚ ਇਸਨੇ ਫਰਾਂਸ ਵੱਲੋਂ ਜਰਮਨ ਦੇ ਖਿਲਾਫ ਲੜਨਾ ਸੀ। ਇਸ ਤੋਂ ਪਿੱਛੋਂ ਉਹ ਅਲਜੀਰੀਆ ਤੋਂ ਪੈਰਿਸ ਆ ਗਿਆ ਸੀ। ਇੱਥੇ ਉਸਨੂੰ ਇੱਕ ਮਸ਼ਹੂਰ ਅਖਬਾਰ ਪੈਰਿਸ ਸੋਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ 3 ਮਹੀਨੇ ਪਿੱਛੋਂ ਫਰਾਂਸ ਦੇ ਬਹੁਤੇ ਹਿੱਸੇ, ਜਿਸ ਵਿੱਚ ਪੈਰਿਸ ਵੀ ਸ਼ਾਮਲ ਸੀ, ਉੱਤੇ ਨਾਜ਼ੀ ਕਾਬਜ਼ ਹੋ ਗਏ। ਇਸ ਕਰਕੇ ਇਹ ਅਖਬਾਰ ਹੁਣ ਬੰਦ ਹੋ ਗਿਆ ਸੀ। ਦਸੰਬਰ 40 ਵਿੱਚ ਵਾਪਸ ਅਲਜੀਰੀਆ ਆ ਜਾਂਦਾ ਹੈ। ਇੱਥੇ ਆ ਕੇ ਵੀ ਇਹ ਟਿੱਕੇ ਨਹੀਂ ਬੈਠਿਆ। ਹੁਣ ਇਸਨੇ ਮਿਥ ਆਫ ਸਿਸਪਸ ਅਤੇ ਦ ਸਟ੍ਰੇਂਜਰ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਥੋੜ੍ਹੀ ਦੇਰ ਪਿੱਛੋਂ, ਭਾਵ 1942 ਦੇ ਵਿੱਚ ਇਹ ਨਾਵਲ ਪ੍ਰਕਾਸ਼ਿਤ ਹੋ ਜਾਂਦੇ ਨੇ। ਅਲਜੀਰੀਆ ਵਿੱਚ ਰਹਿੰਦੇ ਸਮੇਂ ਉਸਨੂੰ ਫਿਰ ਫੇਫੜਿਆਂ ਦੀ ਬਿਮਾਰੀ ਹੋ ਗਈ। ਇਹ ਕਿਹਾ ਜਾਂਦਾ ਹੈ ਕਿ ਉਸਨੇ ਆਪਣੀ ਸਿਹਤ ਵੱਲ ਧਿਆਨ ਨਾ ਦਿੱਤਾ। ਜੰਗ ਅਤੇ ਜੀਵਨ ਦੇ ਮੰਡਲਾ ਰਹੇ ਖਤਰਿਆਂ ਅਤੇ ਫਿਰ ਕਰਕੇ ਉਹ ਬਿਮਾਰ ਹੋਇਆ ਅਤੇ ਹੁਣ ਅਲਜੀਰੀਆ ਦੇ ਵਿੱਚ ਨਹੀਂ ਰਹਿ ਸਕਦਾ ਸੀ। ਦੂਸਰੇ ਪਾਸੇ ਇਹਦੀ ਇੱਛਾ ਆਪਣੇ ਪਰਿਵਾਰ ਨਾਲ ਰਹਿਣ ਦੀ ਸੀ, ਪਰੰਤੂ ਬਿਮਾਰੀ ਦੇ ਦਬਾਅ ਕਰਕੇ ਹੁਣ ਇਸ ਨੂੰ ਓਰਾਨ ਸ਼ਹਿਰ ਵਿੱਚ ਰਹਿਣਾ ਪਿਆ। ਇੱਥੇ ਇਸਨੇ ਇੱਕ ਸਕੂਲ ਵਿੱਚ ਨੌਕਰੀ ਕੀਤੀ। ਓਰਾਨ ਸ਼ਹਿਰ ਇਸ ਨੂੰ ਕਦੇ ਚੰਗਾ ਨਹੀਂ ਲੱਗਿਆ। ਇਸ ਸ਼ਹਿਰ ਦੇ ਬਾਰੇ ਜੋ ਬਿਰਤਾਂਤ ਇਸਨੇ ਪਲੇਗ ਨਾਵਲ ਵਿੱਚ ਸਿਰਜਿਆ ਹੈ, ਉਸ ਤੋਂ ਪਾਠਕ ਅੰਦਾਜ਼ਾ ਲਗਾ ਸਕਦੇ ਹਨ ਕਿ ਕਾਮੂ ਓਰਾਨ ਵਿੱਚ ਰਹਿੰਦਾ ਹੋਇਆ ਕਿੰਨਾ ਦੁਖੀ ਅਤੇ ਤੰਗ ਹੋਇਆ ਹੋਵੇਗਾ। ਇਸਨੇ 3 ਦਸੰਬਰ 1940 ਨੂੰ ਇੱਕ ਪਿਆਨੋ ਵਾਦਕ ਫਰਾਸੀਨ ਫਾਰੂ ਨਾਲ ਰਹਿਣਾ ਸ਼ੁਰੂ ਕੀਤਾ ਅਤੇ ਇਹਨਾਂ ਦੇ 2 ਜੋੜੇ ਬੱਚੇ ਪੈਦਾ ਹੋਏ। ਜਿਵੇਂ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਇਹ ਓਰਾਨ ਸ਼ਹਿਰ ਦਾ ਮੌਸਮ ਇਹਦੇ ਲਈ ਠੀਕ ਨਹੀਂ ਸੀ ਅਤੇ ਇਸ ਕਰਕੇ ਲੋਕ ਇਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਦੇਖਦੇ ਸੀ। ਪਰੰਤੂ ਜਿਵੇਂ ਇਹ ਫੁੱਟਬਾਲ ਦਾ ਸ਼ੌਕੀਨ ਸੀ, ਉਸੇ ਤਰ੍ਹਾਂ ਇਸ ਨੂੰ ਸਮੁੰਦਰ ਦੇ ਵਿੱਚ ਨਹਾਉਣ ਦਾ ਸ਼ੌਕ ਸੀ, ਪਰੰਤੂ ਲੋਕ ਇਸ ਨੂੰ ਸਮੁੰਦਰ ਦੇ ਵਿੱਚ ਨਹਾਉਣ ਨਹੀਂ ਦਿੰਦੇ ਸੀ। ਫਿਰ ਇਸ ਨੂੰ ਡਾਕਟਰ ਨੇ ਸਲਾਹ ਦਿੱਤੀ ਕਿ ਇਹਨੂੰ ਬਿਮਾਰੀ ਕਰਕੇ ਓਰਾਨ ਛੱਡ ਦੇਣਾ ਚਾਹੀਦਾ ਹੈ। ਇਸ ਕਰਕੇ ਇਹ ਪੈਰਿਸ ਆ ਜਾਂਦਾ ਹੈ। ਇੱਥੇ ਲੋਕਾਂ ਵੱਲੋਂ ਲਗਾਈਆਂ ਰੋਕਾਂ, ਵਿਤਕਰਿਆਂ ਅਤੇ ਪਰਿਵਾਰਕ ਵਿਛੋੜੇ ਦੇ ਹੱਡੀ ਹੰਢਾਏ ਦੁਖਾਂਤ ਇਹਦੀਆਂ ਲਿਖਤਾਂ ਦੇ ਵਿੱਚ ਝਲਕਦੇ ਨੇ। ਜਿਵੇਂ ਆਪਾਂ ਗੱਲ ਪਲੇਗ ਦੀ ਕਰੀਏ, ਪਲੇਗ ਨਾਵਲ ਵਿੱਚ ਵਿਛੋੜਾ, ਬਿਰਹਾ, ਮਨੁੱਖੀ ਆਜ਼ਾਦੀ ਅਤੇ ਲੱਗੀਆਂ ਪਾਬੰਦੀਆਂ ਦਾ ਵਾਰ-ਵਾਰ ਜ਼ਿਕਰ ਕਰਦਾ ਹੈ। ਇਹਦੇ ਨਾਵਲ ਦੇ 3 ਪਾਤਰ, ਜਿਨ੍ਹਾਂ ਦੇ ਵਿੱਚੋਂ ਡਾਕਟਰ ਰੀਓ, ਇੱਕ ਪੱਤਰਕਾਰ ਰਾਮਬਰਟ ਅਤੇ ਇੱਕ ਦ ਗ੍ਰੈਂਡ ਕਲਰਕ, ਤਿੰਨਾਂ ਦੇ ਜੀਵਨ ਦੇ ਵਿੱਚ ਜੋ ਵਿਛੋੜਾ ਜਾਂ ਪਿਆਰ ਪ੍ਰਤੀ ਤੜਫ ਹੈ ਉਹ ਦੇਖਣ ਨੂੰ ਮਿਲਦੀ ਹੈ। ਡਾਕਟਰ ਰੀਓ, ਜਿਹੜਾ ਕਿ ਮਰੀਜ਼ਾਂ ਦੇ ਲਈ 24 ਘੰਟਿਆਂ ਦੇ ਵਿੱਚ 20 ਘੰਟੇ ਤੱਕ ਕੰਮ ਕਰਦਾ ਹੈ, ਉਸ ਦੀ ਪਤਨੀ ਬਿਮਾਰ ਹੋ ਜਾਂਦੀ ਹੈ ਅਤੇ ਪਲੇਗ ਫੈਲਣ ਤੋਂ ਪਹਿਲਾਂ ਘਰ ਤੋਂ ਦੂਰ ਰਹਿੰਦੀ ਹੈ। ਅਤੇ ਰਾਮਬਰਟ, ਉਸ ਦੀ ਪਤਨੀ ਪੈਰਿਸ ਦੇ ਵਿੱਚ ਹੈ, ਪਰੰਤੂ ਉਹ ਆਪ ਪਲੇਗ ਕਰਕੇ ਓਰਾਨ ਸ਼ਹਿਰ ਦੇ ਵਿੱਚ ਫਸਿਆ ਹੋਇਆ। ਦ ਗ੍ਰੈਂਡ ਜਿਹੜਾ ਕਲਰਕ ਹੈ, ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਸੀਗਾ, ਪਰੰਤੂ ਦਫ਼ਤਰੀ ਕੰਮਾਂ ਕਾਰਾਂ ਕਰਕੇ ਜਾਂ ਆਪਣੇ ਸੁਭਾਅ ਕਰਕੇ ਆਪਣੀ ਪਤਨੀ ਨੂੰ ਖੁਸ਼ ਨਹੀਂ ਰੱਖ ਸਕਿਆ ਅਤੇ ਉਹ ਉਹਨੂੰ ਛੱਡ ਜਾਂਦੀ ਹੈ। ਇਹ ਤਿੰਨੇ ਪਾਤਰ ਵਾਰ-ਵਾਰ ਆਪਣੀਆਂ ਪਤਨੀਆਂ ਪ੍ਰੇਮਕਾਵਾਂ ਨੂੰ ਯਾਦ ਕਰਦੇ ਨੇ, ਜਿੱਥੋਂ ਇਹ ਪਤਾ ਲੱਗਦਾ ਕਿ ਕਾਮੂ ਦੇ ਜੀਵਨ ਦੇ ਵਿੱਚ ਜੋ ਕੁਝ ਵਾਪਰਿਆ ਉਹਨੇ ਆਪਣੇ ਨਾਵਲ ਦੇ ਵਿੱਚ ਉਹਦੀ ਪੇਸ਼ਕਾਰੀ ਕੀਤੀ ਹੈ। ਅਤੇ ਆਪਾਂ ਗੱਲ ਨੂੰ ਅੱਗੇ ਤੋਰੀਏ, ਫਰਾਂਸ ਵਿੱਚ ਇਸ ਕੋਲ 1940 ਤੋਂ 42 ਤੱਕ 2 ਸਾਲਾਂ ਦੇ ਸਮੇਂ ਦੇ ਦੌਰਾਨ ਕੋਈ ਰੁਜ਼ਗਾਰ ਨਹੀਂ ਸੀ ਅਤੇ ਆਪਣੇ ਮਸ਼ਹੂਰ ਨਾਟਕ ਕਲੀਗੁਲਾ ਲਿਖਣਾ ਸ਼ੁਰੂ ਕੀਤਾ, ਜਿਹੜਾ ਕਿ 1944 ਦੇ ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੌਰਾਨ ਕਾਮੂ ਨੂੰ ਮਸ਼ਹੂਰ ਸਾਹਿਤਕਾਰਾਂ ਅਤੇ ਵਿਦਵਾਨਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਹਨਾਂ ਵਿੱਚੋਂ ਜੀਨ ਪਾਲ ਸਾਰਤਰ
ਅਤੇ ਸਿਮੀ ਵੋਰ ਜੋੜੀ ਨਾਲ ਇਸ ਦੀ ਥੋੜ੍ਹੀ ਦੇਰ ਚੰਗੀ ਨਿਭੀ। ਇਹਨਾਂ ਦੋਸਤਾਂ ਨਾਲ ਮਿਲ ਕੇ ਇਸ ਨੇ ਕਈ ਕਾਰਜ ਸ਼ੁਰੂ ਕੀਤੇ, ਜਿਵੇਂ ਕਿ ਇੱਕ ਨਾਟਕ ਨੋ ਐਗਜ਼ਿਟ, ਜਿਸ ਦੀ ਪੇਸ਼ਕਾਰੀ ਲਈ 1943 ਵਿੱਚ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਕੰਮ ਨੂੰ ਗਾਰ ਚੀ ਨਾਂ ਦੇ ਇੱਕ ਮੁੱਖ ਕਿਰਦਾਰ ਵਜੋਂ ਭੂਮਿਕਾ ਦਿੱਤੀ ਗਈ ਸੀ। ਇਹ ਨਾਟਕ ਸਿਰੇ ਨਹੀਂ ਚੜ੍ਹ ਸਕਿਆ। ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਦਿਨਾਂ ਵਿੱਚ ਕਾਮੂ ਸਾਹਿਤਕ ਪ੍ਰੇਮੀਆਂ ਦੇ ਲਈ ਹੀਰੋ ਬਣ ਗਿਆ ਸੀ। ਉਸ ਦੀਆਂ ਲਿਖਤਾਂ ਦਾ ਨੌਜਵਾਨਾਂ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਪੈ ਰਿਹਾ ਸੀ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਕਿ ਕਾਮੂ ਦੀ ਨਾਟਕਾਰੀ ਦਾ ਉਸਦੇ ਸਾਹਿਤ 'ਤੇ ਕਾਫੀ ਪ੍ਰਭਾਵ ਪਿਆ। ਰੂਪਕ ਪੱਖ ਤੋਂ ਨਾਵਲ ਦੇ ਪਾਤਰਾਂ ਦੀ ਆਪਸੀ ਵਾਰਤਾਲਾਪ ਨਾਟਕੀ ਮੋੜ ਲੈਂਦੀ ਹੈ। ਮਿਸਾਲ ਵਜੋਂ ਇਹਦੇ ਨਾਵਲ ਪਲੇਗ ਦੀ ਮੈਂ ਤੁਹਾਨੂੰ ਇੱਕ ਘਟਨਾ ਸੁਣਾਵਾਂਗਾ, ਜਿਹੜੀ ਕਿ ਅੱਜ ਦੇ ਸਮੇਂ ਦੇ ਨਾਲ ਵੀ ਸੰਬੰਧਿਤ ਹੈ। ਤੁਸੀਂ ਜਰਾ ਸੋਚੋ ਕਿ ਅੱਜ ਕਿਉਂਕਿ ਕਰੋਨਾ ਵਾਇਰਸ ਹੈ ਅਤੇ ਤੁਹਾਡਾ ਕੋਈ ਮਿੱਤਰ ਨੇੜਲਾ ਆ ਕੇ ਇਹ ਗੱਲ ਕਹੇ ਕਿ ਮੈਨੂੰ ਕਰੋਨਾ ਹੋਇਆ, ਤਾਂ ਤੁਸੀਂ ਕੀ ਮਹਿਸੂਸ ਕਰੋਗੇ? ਅਤੇ ਮਿਸਾਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਡਾਕਟਰ ਰਿਓ ਦੇ ਨਾਲ ਤਾਰੋ, ਦੋਨੇ ਉਹਦੇ ਪਾਤਰ ਨੇ, ਗੱਲ ਕਰਨ ਲਈ ਆਉਂਦਾ ਹੈ ਅਤੇ ਪਹਿਲਾਂ ਉਹ ਡਾਕਟਰ ਰਿਓ ਨੂੰ ਕਹਿੰਦਾ ਹੈ, ਜੋ ਇੱਕੋ ਡਾਇਲੋਗ ਹੈ, ਜਦੋਂ ਉਹਨੂੰ ਪਾਠਕ ਸੁਣਦਾ ਤਾਂ ਇੱਕ ਵਾਰੀ ਸੁੰਨ ਹੋ ਜਾਂਦਾ ਅਤੇ ਤਾਰੋ ਰਿਓ ਨੂੰ ਕਹਿੰਦਾ ਕਿ ਉਸ ਨੂੰ ਪਲੇਗ ਹੋਈ ਵੀ ਹੈ। ਇਸੇ ਤਰ੍ਹਾਂ ਸ਼ੇਕਸਪੀਅਰ ਨੇ ਕਿਹਾ ਕਿ ਸਮਾਜ ਇੱਕ ਨਾਟਕ ਦੀ ਤਰ੍ਹਾਂ ਹੈ। ਉਸ ਤਰ੍ਹਾਂ ਕਾਮੂ ਦੇ ਨਾਵਲ ਪਲੇਗ ਵਿੱਚ ਜ਼ਿੰਦਗੀ ਅਤੇ ਮੌਤ ਵਿੱਚ ਨਾਟਕ ਚੱਲਦਾ। ਜੇਕਰ ਕਾਮੂ ਨਾਟਕਕਾਰ ਨਾ ਹੁੰਦਾ ਤਾਂ ਇਸ ਨਾਵਲ ਵਿੱਚ ਨਾਟਕੀ ਗੁਣ ਨਹੀਂ ਹੋਣੇ ਸੀ। ਇਸ ਤੋਂ ਇਲਾਵਾ ਜਿਹੜੇ ਉਹਦੇ ਪਾਤਰਾਂ ਦੇ ਬਿਰਤਾਂਤ ਨੇ ਜਾਂ ਇੱਕ ਦੂਸਰੇ ਦੇ ਨਾਲ ਵਾਰਤਾਲਾਪ ਹੈ, ਉਹਨਾਂ ਦੇ ਵਿੱਚ ਬਹੁਤ ਨਾਟਕੀ ਮੋੜ ਨੇ, ਜਿਹੜੇ ਕਿ ਕਾਮੂ ਦੇ ਇੱਕ ਨਾਟਕਕਾਰ ਹੋਣ ਦੀ ਵਜ੍ਹਾ ਕਰਕੇ ਉਹਦੇ ਵਿੱਚ ਆਏ ਨੇ। ਅਤੇ ਕਾਮੂ ਦਾ ਦੂਸਰਾ ਇੱਕ ਗੱਲ ਹੋਰ ਕਿ ਜੰਗ ਦੇ ਦਿਨਾਂ ਦੇ ਵਿੱਚ ਉਹ ਜਨਤਕ ਤੌਰ 'ਤੇ ਇੱਕ ਗਲੀਮਾਰਦ ਪਬਲਿਸ਼ਿੰਗ ਹਾਊਸ ਵਿੱਚ ਪ੍ਰੂਫ ਰੀਡਰ ਵਜੋਂ ਕੰਮ ਕਰਦਾ ਸੀ, ਪਰੰਤੂ ਨਿੱਜੀ ਪਰ ਗੁਪਤ ਰੂਪ ਦੇ ਵਿੱਚ ਫਰਾਂਸ ਨੂੰ ਜਰਮਨ ਤੋਂ ਆਜ਼ਾਦ ਕਰਾਉਣ ਲਈ ਨਿਕਲਦੇ ਇੱਕ ਗੁਪਤ ਅਖਬਾਰ ਕੌਮਬੈਟ ਦੇ ਮੁੱਖ ਸੰਪਾਦਕ ਵੱਲੋਂ ਕੰਮ ਕਰਦਾ ਸੀ। ਇਸ ਅਖਬਾਰ ਲਈ 1947 ਤੱਕ ਉਹ ਕੰਮ ਕਰਦਾ ਰਿਹਾ। ਇਸ ਲਈ ਇੱਕ ਮਿਸਾਲ ਹੀ ਕਾਫੀ ਹੈ। ਉਸਨੇ ਆਪਣੇ ਅਖਬਾਰ ਵਿੱਚ 8 ਅਗਸਤ 1945 ਨੂੰ ਹੀਰੋਸ਼ੀਮਾ 'ਤੇ ਹੋਏ ਪਰਮਾਣੂ ਹਮਲੇ 'ਤੇ ਕੇਵਲ 2 ਦਿਨ ਪਿੱਛੋਂ ਸੰਪਾਦਕੀ ਲੇਖ ਲਿਖੇ ਸਨ। ਇਹਨਾਂ ਲੇਖਾਂ ਵਿੱਚ ਉਸਨੇ ਇਹ ਇਸ਼ਾਰਾ ਕੀਤਾ ਸੀ, ਜਿਹੜਾ ਕਿ ਅੱਜ ਵੀ ਸਾਡੇ ਲਈ ਬਹੁਤ ਮੁੱਲਵਾਨ ਜਾਂ ਬਹੁਤ ਕੀਮਤੀ ਸਬਕ ਦਿੰਦਾ। ਕਾਮੂ ਨੇ ਲਿਖਿਆ ਸੀ ਕਿ ਹੁਣ ਸ਼ਾਂਤੀ ਦੀ ਲੋੜ ਹੋਵੇਗੀ। ਅਸੀਂ ਮਸ਼ੀਨੀ ਸੱਭਿਅਤਾ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਵਿਗਿਆਨੀਆਂ ਵੱਲੋਂ ਸਮੂਹਿਕ ਕਤਲੇਆਮ ਕੀਤੇ ਜਾਣਗੇ। ਉਸ ਦੀਆਂ ਇਹ ਭਵਿੱਖਬਾਣੀਆਂ ਅੱਜ ਵੀ ਸਾਰਥਕ ਸਾਬਤ ਹੋ ਰਹੀਆਂ ਹਨ। ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਤੋਂ ਪਿੱਛੋਂ ਕਾਫੀ ਕੁਝ ਬਦਲਿਆ, ਇੱਥੋਂ ਤੱਕ ਕਿ ਕਾਮੂ ਦੇ ਦੋਸਤਾਂ ਨਾਲ ਉਹਦੇ ਸੰਬੰਧ ਵੀ ਤਿੜਕੇ। ਇਸ ਦੇ 2 ਕਾਰਨ ਸਨ, ਇੱਕ ਰਾਜਸੀ ਅਤੇ ਦੂਸਰਾ ਨਿੱਜੀ। ਰਾਜਨੀਤਿਕ ਤੌਰ 'ਤੇ ਕਮਿਊਨਿਸਟਾਂ ਦੇ ਮਨਾਂ ਵਿੱਚ ਜਰਮਨ ਦੇ ਖਿਲਾਫ ਗੁੱਸਾ ਅਤੇ ਵਿਦਰੋਹ ਸੀ, ਜਦੋਂ ਕਿ ਕਾਮੂ ਕੋਮਲ ਭਾਵੀ ਹੋਣ ਕਰਕੇ ਵੱਖ-ਵੱਖ ਮਸਲਿਆਂ ਬਾਰੇ ਕੁਝ ਅਲੱਗ ਤਰ੍ਹਾਂ ਸੋਚਦਾ ਅਤੇ ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਕਰਦਾ ਸੀ। ਕਾਮੂ ਸ਼ੁਰੂ ਤੋਂ ਇਹ ਗੱਲ ਕਹਿੰਦਾ ਰਿਹਾ ਕਿ ਰਾਜਨੀਤਿਕ ਵਿਰੋਧੀਆਂ ਨਾਲ ਦੁਸ਼ਮਣਾਂ ਵਾਲਾ ਵਰਤਾਓ ਕਰਨ ਦੀ ਬਜਾਏ ਇਹਨਾਂ ਨਾਲ ਰਾਜਨੀਤਿਕ ਪੱਖ ਤੋਂ ਵਰਤਾਓ ਕਰਨਾ ਚਾਹੀਦਾ ਹੈ। ਉਹ ਰਾਜਨੀਤਿਕ ਵਿਰੋਧੀਆਂ ਨੂੰ ਮੌਤ ਦੀ ਸਜ਼ਾ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਸੀ। ਇਸ ਵਿਰੋਧ ਕਰਕੇ ਉਸ ਨੂੰ ਕਾਮਰੇਡਾਂ ਦੇ ਨਾਲੋਂ ਵੱਖਰਾ ਹੋਣਾ ਪਿਆ। ਰੋਬਰਟ ਬਰਾਸੀਲੀਚ ਨਾਂ ਦਾ ਇੱਕ ਨਾਟਕਕਾਰ, ਕਵੀ ਅਤੇ ਨਾਵਲਕਾਰ ਸੀ। ਉਹ ਜਰਮਨ ਦੇ ਫਾਸ਼ੀਵਾਦ ਦਾ ਕੱਟੜ ਪ੍ਰਸ਼ੰਸਕ ਸੀ।
ਜੰਗ ਖਤਮ ਹੋਣ ਤੋਂ ਪਿੱਛੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਉਸ ਨੂੰ ਇੱਕ ਫਾਇਰ ਸਕੁਐਡ ਨੇ ਮੌਤ ਦੇ ਘਾਟ ਉਤਾਰਨਾ ਸੀ। ਇਸ ਸਜ਼ਾ ਦੇ ਖਿਲਾਫ ਕਾਮੂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਸਨੇ ਇਸ ਪਟੀਸ਼ਨ ਦੀ ਹਮਾਇਤ ਵਿੱਚ ਜਾਨ ਪਾਲ ਸਾਰਤਰ ਅਤੇ ਸਿਮੋਨ ਬੋਵੇਆਰ ਦੇ ਨਾਲ ਗੱਲ ਕੀਤੀ ਕਿ ਉਹ ਇਸ ਪਟੀਸ਼ਨ ਦੇ ਉੱਤੇ ਦਸਤਖਤ ਕਰਨ, ਪਰੰਤੂ ਇਸ ਜੋੜੀ ਨੇ ਕਾਮੂ ਦੀ ਹਮਾਇਤ ਨਹੀਂ ਕੀਤੀ। ਇੱਧਰ ਕਾਮੂ ਵੱਲੋਂ ਪਾਈ ਪਟੀਸ਼ਨ 'ਤੇ ਕੋਰਟ ਨੇ ਵਿਚਾਰ ਨਹੀਂ ਕੀਤਾ ਅਤੇ ਕਾਮੂ ਨੇ ਫਿਰ UN, ਜਿਹਨੂੰ ਅੱਜ ਕੱਲ੍ਹ UN ਕਹਿੰਦੇ ਆ, ਉਹਦੇ ਵਿੱਚ ਅਪੀਲ ਦਾਇਰ ਕੀਤੀ, ਜਿਸ ਕਰਕੇ ਉਸ ਨੂੰ ਦੁਨੀਆ ਭਰ ਵਿੱਚ ਮੌਤ ਦੀ ਸਜ਼ਾ ਵਿਰੁੱਧ ਲੜਨ ਵਾਲਿਆਂ ਤੋਂ ਤਕੜੀ ਹਮਾਇਤ ਮਿਲੀ ਸੀ ਅਤੇ ਕਾਮੂ ਇਸ ਕਰਕੇ ਸੰਸਾਰ ਪੱਧਰ 'ਤੇ ਪ੍ਰਸਿੱਧ ਵੀ ਹੋਇਆ। ਭਾਵੇਂ ਉਹ ਰੋਬਰਟ ਬਰਾਸੀਲਿਚ ਨੂੰ ਬਚਾ ਨਹੀਂ ਸਕਿਆ, ਭਾਵ 6 ਫਰਵਰੀ 1945 ਨੂੰ ਫਾਇਰਿੰਗ ਸਕੁਐਡ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਰੰਤੂ ਇਸ ਘਟਨਾ ਦਾ ਕਾਮੂ 'ਤੇ ਗਹਿਰਾ ਪ੍ਰਭਾਵ ਪਿਆ, ਜਿਸ ਦਾ ਜ਼ਿਕਰ ਉਸਨੇ ਆਪਣੇ ਨਾਵਲ ਦੇ ਵਿੱਚ ਕੀਤਾ ਹੈ। 28 ਮਾਰਚ 1946 ਨੂੰ ਕਾਮੂ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਉਸਨੇ ਹੋਰਨਾਂ ਲੋਕਾਂ ਨੂੰ ਕਤਲ ਕਰਨ ਵਾਲਿਆਂ ਦੀ ਮਨੋਦਸ਼ਾ ਨੂੰ ਸਮਝਣ ਦਾ ਯਤਨ ਕੀਤਾ ਸੀ। ਮਨੁੱਖੀ ਸੰਕਟ ਦੇ ਬੋਲਦਿਆਂ ਉਸਨੇ ਇਹ ਗੱਲ ਕਹੀ, ਕੋਟ, ਲੋਕਾਂ ਦੇ ਆਪਣੇ ਮਨ ਦੇ ਸੰਕਟ ਕਰਕੇ ਉਹ ਹੋਰਨਾਂ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ। ਅਤੇ ਕਾਮੂ ਆਪਣੀ ਬਿਮਾਰੀ ਕਰਕੇ ਫਰਾਂਸ ਦੇ ਸ਼ਹਿਰ ਓਰਾਨ ਵਿੱਚ ਰਹਿੰਦਾ ਸੀ। ਇੱਥੇ ਰਹਿੰਦੇ ਉਸਨੇ ਵਿਛੋੜੇ, ਇਕਾਂਤ ਅਤੇ ਸਮਾਜਿਕ ਵਿਤਕਰੇ ਦੇ ਜਿਹੜੇ ਅਨੁਭਵ ਹਾਸਲ ਕੀਤੇ ਅਤੇ ਓਰਾਨ ਦੇ ਹੁਮਸ ਭਰੇ ਵਾਤਾਵਰਨ ਵਿੱਚ ਉਸ ਨੂੰ ਰਹਿਣਾ ਕਿੰਨਾ ਔਖਾ ਲੱਗਦਾ ਸੀ, ਇਹ ਸਾਰਾ ਕੁਝ ਉਸਨੇ ਆਪਣੇ ਨਾਵਲ ਪਲੇਗ ਦੇ ਵਿੱਚ ਇਹਦਾ ਵਰਣਨ ਕੀਤਾ। ਅਤੇ ਓਰਾਨ ਵਿੱਚ ਰਹਿੰਦਿਆਂ ਹੀ ਉਸਨੇ ਪਲੇਗ ਦੇ ਉੱਤੇ ਖੋਜ ਕੀਤੀ। ਉਸ ਦਾ ਨਾਵਲ ਦੇ ਵਿੱਚ ਜਿਹੜੀਆਂ ਪਲੇਗ ਨਾਲ ਜਾਂ ਛੂਤ ਦੀ ਬਿਮਾਰੀ ਨਾਲ ਪੈਦਾ ਹੋਣ ਵਾਲੇ ਸੰਕਟ ਅਤੇ ਲੋਕ ਉਹਦੇ ਬਾਰੇ ਕਿੱਦਾਂ ਦਾ ਸੋਚਦੇ ਨੇ, ਭਾਵ ਕਿ ਇਹ ਸਾਰੇ ਕੁਝ ਦੇ ਬਾਵਜੂਦ ਉਹ ਮਨੁੱਖੀ ਜ਼ਿੰਦਗੀ ਨੂੰ ਸਮਝਣ ਦੇ ਲਈ ਨਿਰੰਤਰ ਜੱਦੋਜਹਿਦ ਕਰਨ, ਜੀਵਨ ਨਾਲੋਂ ਮੁਹੱਬਤ ਨੂੰ ਉੱਚਾ ਦਰਜਾ ਦੇਣ ਅਤੇ ਮਨੁੱਖਤਾ ਲਈ ਕੁਰਬਾਨ ਹੋਣ ਦੀਆਂ ਅਨੇਕਾਂ ਅੰਤਰਦ੍ਰਿਸ਼ਟੀਆਂ ਦੇ ਰਾਹੀਂ ਪਾਠਕ ਨੂੰ ਨਿੱਜ ਤੋਂ ਉੱਪਰ ਉੱਠਣ ਦੇ ਮਸਲਿਆਂ ਨੂੰ ਉਹ ਆਪਣੇ ਨਿੱਜੀ ਅਨੁਭਵ ਰਾਹੀਂ ਪੇਸ਼ ਕਰਦਾ ਹੈ। ਉਸ ਦਾ ਅਸਤਿਤਵਵਾਦ ਸਾਹਿਤਕਾਰ ਨੂੰ ਆਜ਼ਾਦ ਹਸਤੀ ਵਜੋਂ ਪ੍ਰਵਾਨ ਕਰਵਾਉਂਦਾ ਹੈ। ਇਸ ਆਜ਼ਾਦੀ ਨੇ ਉਸ ਨੂੰ ਸ਼ੋਹਰਤ ਵੀ ਦਿੱਤੀ ਅਤੇ ਉਹ ਇਸ ਤੋਂ ਇਲਾਵਾ ਉਹ ਬਹੁਤ ਸੁਨੱਖਾ ਸੀ ਅਤੇ ਉਸ ਦੀ ਗੱਲਬਾਤ ਪ੍ਰਭਾਵਸ਼ਾਲੀ ਸੀ ਅਤੇ ਉਸ ਦੇ ਸਮਕਾਲੀ ਸਾਹਿਤਕਾਰ ਉਮਰ ਵਿੱਚ ਵੱਡੇ ਸਨ ਅਤੇ ਉਹ ਆਪਣੀਆਂ ਧਾਰਨਾਵਾਂ 'ਤੇ ਅਡਿੰਗ ਰਹਿੰਦੇ ਸਨ। ਇਸ ਕਰਕੇ ਉਹਨਾਂ ਦੀ ਕਾਮੂ ਦੇ ਨਾਲ ਬਣ ਨਹੀਂ ਸਕੀ, ਕਿਉਂਕਿ ਕਾਮੂ ਦੀਆਂ ਲਿਖਤਾਂ ਦੇ ਜਿੱਥੇ ਚੰਗੇ ਪ੍ਰਸ਼ਾਸਕ ਸੀ, ਉੱਥੇ ਸਥਾਪਿਤ ਸਾਹਿਤਕਾਰਾਂ ਨੂੰ ਇਹ ਗੱਲ ਚੁਭਦੀ ਸੀ ਅਤੇ ਪਲੇਗ ਨਾਵਲ ਦਾ ਆਲੋਚਕਾਂ ਨੇ ਬਹੁਤਾ ਅਧਿਐਨ ਸੰਸਾਰ ਜੰਗ ਦੇ ਹਵਾਲੇ ਨਾਲ ਕੀਤਾ, ਪਰੰਤੂ ਜੰਗ ਦੇ ਖਤਮ ਹੋ ਜਾਣ ਕਰਕੇ ਹਾਲਤ ਬਦਲ ਗਈ ਸੀ। ਇਸ ਨਾਵਲ ਦੀ ਉਨੀ ਚਰਚਾ ਜਾਂ ਉਸ ਪੱਧਰ ਦੀ ਚਰਚਾ ਨਹੀਂ ਹੋ ਸਕੀ, ਪਰੰਤੂ ਜਿਹੜੀ ਟਿੱਪਣੀ ਕਾਮੂ ਨੇ ਪਹਿਲਾਂ ਕੀਤੀ ਹੈ ਕਿ ਅਸੀਂ ਜੰਗ ਤੋਂ ਬਾਅਦ ਇੱਕ ਮਸ਼ੀਨੀ ਸੱਭਿਅਤਾ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਮਨੁੱਖਾਂ ਦਾ ਹੁਣ ਸਮੂਹਿਕ ਕਤਲੇਆਮ ਹੋਏਗਾ, ਇਸ ਗੱਲ ਨੂੰ ਅਸੀਂ ਅੱਜ ਦੀਆਂ ਪਰਿਸਥਿਤੀਆਂ ਦੇ ਵਿੱਚ ਸਮਝ ਸਕਦੇ ਹਾਂ। ਅਤੇ 1957 ਦੇ ਵਿੱਚ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਅਤੇ 44 ਸਾਲ ਦੀ ਉਮਰ ਦੇ ਵਿੱਚ ਕਿਸੇ ਲੇਖਕ ਨੂੰ ਨੋਬਲ ਪ੍ਰਾਈਜ਼ ਮਿਲਣਾ, ਨੋਬਲ ਪ੍ਰਾਈਜ਼ ਲੈਣ ਵਾਲੇ ਸਾਹਿਤਕਾਰਾਂ ਦੇ ਵਿੱਚ ਉਹ ਦੂਸਰਾ ਛੋਟਾ ਲਿਖਾਰੀ ਸੀ। ਅੰਤ ਵਿੱਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਕਾਮੂ ਨੇ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਹ 4 ਜਨਵਰੀ 1960 ਨੂੰ ਜਿਸ ਕਾਰ ਵਿੱਚ ਸਵਾਰ ਸੀ ਉਹ ਬੇਕਾਬੂ ਹੋ ਗਈ ਅਤੇ ਪੈਰਿਸ ਸ਼ਹਿਰ ਦੇ ਨਜ਼ਦੀਕ ਇੱਕ ਰੁੱਖ ਨਾਲ ਜਾ ਟਕਰਾਈ,
ਜਿਸ ਕਰਕੇ ਕਾਮੂ ਕੇਵਲ 46 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ। ਇਹਨਾਂ ਦਿਨਾਂ ਵਿੱਚ ਉਹ ਆਪਣੀ ਸਵੈ ਜੀਵਨੀ ਲਿਖ ਰਿਹਾ ਸੀ। ਇਸ ਨੂੰ ਪੂਰੀ ਕਰਨ ਤੋਂ ਪਹਿਲਾਂ ਉਹ ਆਪ ਪੂਰਾ ਹੋ ਗਿਆ। ਉਸ ਦੀਆਂ ਲਿਖਤਾਂ ਵਿੱਚ ਜ਼ਿੰਦਗੀ ਅਤੇ ਮੌਤ ਦੇ ਬਿਰਤਾਂਤਾਂ ਨੂੰ ਪੜ੍ਹਦੇ ਹਾਂ ਸੱਚਮੁੱਚ ਲੱਗਦਾ ਹੈ ਕਿ ਉਹ ਇੱਕ ਬਹੁਤ ਵਧੀਆ ਸਾਹਿਤਕਾਰ, ਕਲਾਕਾਰ ਅਤੇ ਫਿਲਾਸਫਰ ਸੀ। ਅਤੇ ਕਾਮੂ ਦਾ ਇਹ ਨਾਵਲ ਪਲੇਗ ਨਾਂ ਤੋਂ ਅਜੀਬ ਲੱਗਦਾ, ਪਰੰਤੂ ਇਸ ਵਿੱਚ ਜ਼ਿੰਦਗੀ ਧੜਕਦੀ ਹੈ। ਇਸ ਦਾ ਇੱਕ ਪਾਤਰ ਤਾਰੋ ਪਲੇਗ ਨਾਲ ਲੜਨ ਦਾ ਮਨ ਬਣਾ ਕੇ ਡਾਕਟਰ ਰੀਓ ਨੂੰ ਮਿਲਣ ਜਾਂਦਾ ਹੈ ਅਤੇ ਉਹ ਉਸ ਨੂੰ ਕਹਿੰਦਾ ਹੈ ਕਿ ਸਿਹਤ ਮਹਿਕਮੇ ਦੇ ਵਿੱਚ ਕੰਮ ਕਰਨ ਦੇ ਲਈ ਉਹ ਵਲੰਟੀਅਰੀ ਗਰੁੱਪ ਬਣਾ ਕੇ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਅਤੇ ਜਦੋਂ ਇਹ ਗੱਲ ਹੋ ਰਹੀ ਸੀ ਤਾਂ ਡਾਕਟਰ ਰੀਓ ਨੇ ਉਸ ਨੂੰ ਕਿਹਾ ਸੀ ਕਿ ਇਸ ਕੰਮ ਦੇ ਵਿੱਚ ਬਹੁਤ ਵੱਡਾ ਖਤਰਾ ਹੈ, ਜਾਨ ਜਾ ਸਕਦੀ ਹੈ। ਕੇਵਲ 3 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਦੇ ਹੀ ਜ਼ਿੰਦਾ ਰਹਿਣ ਦੀ ਸੰਭਾਵਨਾ ਹੈ। ਇਹ ਸੁਣ ਕੇ ਡਾਕਟਰ ਰੀਓ ਦੀ ਗੱਲ ਅਤੇ ਐਲਬਰਟ ਕਾਮੂ ਦਾ ਨਾਵਲ ਪਲੇਗ ਨਾਂ ਤੋਂ ਅਜੀਬ ਲੱਗਦਾ, ਪਰੰਤੂ ਇਸ ਵਿੱਚ ਜ਼ਿੰਦਗੀ ਧੜਕਦੀ ਹੈ। ਇਸ ਦਾ ਇੱਕ ਪਾਤਰ ਤਾਰੋ ਡਾਕਟਰ ਰੀਓ ਕੋਲ ਇਸ ਕੰਮ ਲਈ ਆਉਂਦਾ ਹੈ ਕਿ ਪਲੇਗ ਦੇ ਰੋਗੀਆਂ ਦੀ ਮਦਦ ਦੇ ਲਈ ਉਹ ਵਲੰਟੀਅਰੀ ਗਰੁੱਪ ਬਣਾ ਕੇ ਸੇਵਾ ਕਰਨੀ ਚਾਹੁੰਦਾ ਹੈ। ਤਾਂ ਡਾਕਟਰ ਰੀਓ ਉਸ ਨੂੰ ਕਹਿੰਦਾ ਕਿ ਇਹ ਕੰਮ ਬਹੁਤ ਔਖਾ ਹੈ, ਇਹਦੇ ਵਿੱਚ ਕੇਵਲ 3 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਦੇ ਹੀ ਬਚਣ ਦੀ ਸੰਭਾਵਨਾ ਹੁੰਦੀ ਹੈ। ਅਤੇ ਇਹਦੇ ਜਵਾਬ ਦੇ ਵਿੱਚ ਜੋ ਡਾਕਟਰ ਰੀਓ ਨੂੰ ਤਾਰੋ ਨੇ ਕਿਹਾ ਉਹ ਬਹੁਤ ਮਹੱਤਵਪੂਰਨ ਹੈ, ਉਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਅਤੇ ਤਾਰੋ ਨੇ ਇਹ ਗੱਲ ਕਹੀ ਕਿ ਈਰਾਨ ਦੇ ਇੱਕ ਸ਼ਹਿਰ ਵਿੱਚ ਜਦੋਂ ਪ੍ਰਾਚੀਨ ਕਾਲ ਵਿੱਚ ਪਲੇਗ ਪਈ ਸੀ ਤਾਂ ਸਾਰਾ ਸ਼ਹਿਰ ਖਤਮ ਹੋ ਗਿਆ ਸੀ, ਕੇਵਲ ਇੱਕ ਬੰਦਾ ਬਚਿਆ ਸੀ ਜੋ ਮੁਰਦਿਆਂ ਨੂੰ ਨਹਾਉਣ ਦਾ ਕੰਮ ਕਰਦਾ ਸੀ, ਪਰੰਤੂ ਉਸ ਇਕੱਲੇ ਬੰਦੇ ਨੇ ਆਪਣਾ ਕੰਮ ਨਹੀਂ ਛੱਡਿਆ ਸੀ। ਕਾਮੂ ਦੀ ਧਾਰਨਾ ਹੈ ਕਿ ਬੰਦੇ ਦਾ ਮਿਸ਼ਨ ਉਸ ਦੇ ਜਿੰਦਾ ਰਹਿਣ ਨਾਲੋਂ ਉੱਤਮ ਹੈ। ਉਹਦਾ ਨਾਵਲ ਇੱਕ ਮਿਸ਼ਨ ਨੂੰ ਲੈ ਕੇ ਲਿਖਿਆ ਹੈ। ਅਖੀਰ ਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਜੀਵਨ ਦੀਆਂ ਪਰਿਸਥਿਤੀਆਂ ਕਿਸੇ ਮਨੁੱਖ ਨੂੰ ਲੇਖਕ ਬਣਾ ਦਿੰਦੀਆਂ ਨੇ। ਜਦੋਂ ਅਸੀਂ ਡਾਕਟਰ ਅੰਬੇਡਕਰ ਦੀ ਵੀਡੀਓ ਅਪਲੋਡ ਕੀਤੀ ਸੀ, ਉਸ ਵੀਡੀਓ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਾਤੀ ਵਿਤਕਰੇ ਤਾਂ ਹੋਰਾਂ ਲੋਕਾਂ ਦੇ ਨਾਲ ਵੀ ਹੋਏ ਹੋਣਗੇ, ਪਰੰਤੂ ਅੰਬੇਡਕਰ ਨੇ ਉਹਨਾਂ ਵਿਤਕਰਿਆਂ ਨੂੰ ਆਪਣਾ ਸਿਧਾਂਤ ਦਾ ਹਿੱਸਾ ਬਣਾਇਆ। ਇਸੇ ਤਰ੍ਹਾਂ ਐਲਬਰਟ ਕਾਮੂ ਵਰਗਾ ਜੀਵਨ ਹੋਰਨਾਂ ਲੋਕਾਂ ਦਾ ਵੀ ਹੋਏਗਾ, ਪਰੰਤੂ ਉਹਨੇ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਸਾਹਿਤ ਦੇ ਵਿੱਚ ਲੈ ਕੇ ਆਂਦਾ। ਇਹੀ ਇੱਕ ਲੇਖਕ ਦੀ ਪ੍ਰਾਪਤੀ ਹੁੰਦੀ ਹੈ ਕਿ ਆਪਣੇ ਜੀਵਨ ਦੇ ਅਨੁਭਵ ਉਹ ਬਹੁਤ ਖੂਬਸੂਰਤ ਢੰਗ ਦੇ ਨਾਲ ਪੇਸ਼ ਕਰਦਾ ਹੈ। ਅਤੇ ਇਹਦੀ ਖੂਬਸੂਰਤੀ ਕਿੱਦਾਂ ਦੀ ਹੈ ਇਹ ਤੁਹਾਨੂੰ ਉਹਦੇ ਨਾਵਲ ਦੇ ਜਦੋਂ ਬਾਕੀ ਐਪੀਸੋਡ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਆਪਣੇ ਨਾਵਲ ਦੇ ਵਿੱਚ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਕਿਸ ਤਰ੍ਹਾਂ ਉਤਾਰਦਾ ਹੈ। ਤੁਸੀਂ ਇਹ ਵੀਡੀਓ ਸੁਣੀ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਮੈਂ ਫਿਰ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਕਿ ਆਉਣ ਵਾਲੀਆਂ ਵੀਡੀਓਜ਼ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋਗੇ। ਧੰਨਵਾਦ।